ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਤਾਂ ਅੱਜ ਆਪਾਂ ਇੱਕ ਹਿਸਟਰੀ ਦਾ ਜਿਹੜਾ ਇੰਪੋਰਟੈਂਟ ਟੌਪਿਕ ਆ ਉਹਨੂੰ ਆਪਾਂ ਕਵਰ ਕਰਾਂਗੇ ਕਿ ਭਾਰਤ ਦੇ ਵਿੱਚ ਜਿਹੜਾ ਨੈਸ਼ਨਲਿਜ਼ਮ ਆ ਉਹਦੇ 'ਚੋਂ MCQ ਕਿਹੜੇ ਫਰੇਮ ਹੋ ਸਕਦੇ ਆ। ਅਤੇ ਉਹ ਪਹਿਲਾਂ ਆਪਾਂ ਪੁਰਾਣੇ ਪੇਪਰਾਂ ਦੇ MCQ ਉਹਨਾਂ ਨੂੰ ਦੇਖਾਂਗੇ, ਨਾਲ ਉਹਨਾਂ ਦੀ ਐਕਸਪਲੇਨੇਸ਼ਨ ਕੀ ਰਹੂਗੀ ਉਹਨੂੰ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਚਾਹੇ ਕੋਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ, ਹਰ ਐਗਜ਼ਾਮ ਦੇ ਲਈ ਇਹ ਵੀਡੀਓ ਸਫੀਸ਼ੈਂਟ ਰਹਿਣ ਵਾਲੀ ਆ। ਜਿਹੜੇ ਬੱਚੇ ਚੈਨਲ 'ਤੇ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਉਹਨਾਂ ਨੇ ਨਹੀਂ ਕੀਤਾ, ਦੈਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬਿਨਾਂ ਕਿਸੇ ਦੇਰੀ ਤੋਂ ਆਪਾਂ ਪਹਿਲਾ ਕੁਐਸਚਨ ਆਪਣਾ ਸਟਾਰਟ ਕਰ ਰਹੇ ਹਾਂ। ਤਾਂ ਹਿੰਦ ਸਵਰਾਜ ਬੁੱਕ ਦੇ ਬਾਰੇ ਆ। ਤਾਂ ਇਹਨਾਂ ਨੇ ਬੱਚੇ ਕੀ ਕਰਿਆ, ਇੱਥੇ ਆਪਾਂ ਨੂੰ ਆਥਰ ਪੁੱਛਿਆ ਕਿ ਹਿੰਦ ਸਵਰਾਜ ਆ ਜਿਹੜੀ ਉਹ ਬੁੱਕ ਕਿਸ ਦੇ ਦੁਆਰਾ ਲਿਖੀ ਗਈ ਆ। ਤਾਂ ਇਹਦਾ ਕਰੈਕਟ ਆਨਸਰ ਹੈ ਮਹਾਤਮਾ ਗਾਂਧੀ। ਠੀਕ ਆ, ਤਾਂ ਇਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ ਇਹ ਬੁੱਕ ਕਿਹਨਾਂ ਦੇ ਦੁਆਰਾ ਲਿਖੀ ਗਈ ਆ, ਹਿੰਦ ਸਵਰਾਜ ਮਹਾਤਮਾ ਗਾਂਧੀ ਜੀ ਦੇ ਦੁਆਰਾ। ਤਾਂ ਹੁਣ ਇਹਨਾਂ ਦੇ ਬਾਰੇ ਆਪਾਂ ਕੁਛ ਕੁ ਫੈਕਟ ਨੇ ਜਿਹੜੇ ਦੇਖ ਲਈਏ। ਤਾਂ ਇਹ ਲਿਖੀ ਗਈ ਹੈ MK ਗਾਂਧੀ ਜੀ ਦੁਆਰਾ। ਇਹਦੀ ਐਕਸਪਲੇਨੇਸ਼ਨ ਆ ਬੱਚੇ, ਕਈ ਵਾਰ ਤੁਹਾਨੂੰ ਇਹਦੀ ਜਗ੍ਹਾ ਦੇ ਉੱਤੇ ਹਿੰਦ ਸਵਰਾਜ ਦੀ ਜਗ੍ਹਾ 'ਤੇ ਇਹ ਵੀ ਆ ਸਕਦਾ ਇੰਡੀਅਨ ਹੋਮ ਰੂਲ। ਤਾਂ ਫਿਰ ਤੁਹਾਨੂੰ ਇਹ ਵੀ ਆ ਸਕਦਾ ਵੀ ਇਹ ਮਤਲਬ ਕਿ ਕਦੋਂ ਲਿਖੀ ਗਈ ਆ। ਤਾਂ ਤੁਸੀਂ ਇਹਦਾ ਆਨਸਰ ਲਾਓਗੇ 1909 ਦੇ ਵਿੱਚ। ਠੀਕ ਆ, ਇਹ ਚੀਜ਼ ਕਲੀਅਰ ਆ। ਫਿਰ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਇਹ ਮਤਲਬ ਕਿਹੜੀ ਲੈਂਗੁਏਜ ਆ। ਤਾਂ ਉਹਨਾਂ ਨੇ ਆਪਣੀ ਨੇਟਿਵ ਭਾਸ਼ਾ, ਤਾਂ ਨੇਟਿਵ ਭਾਸ਼ਾ ਉਹਨਾਂ ਦੀ ਕਿਹੜੀ ਸੀਗੀ, ਗੁਜਰਾਤੀ। ਤਾਂ ਇਹ ਗੁਜਰਾਤੀ ਦੇ ਵਿੱਚ ਫਸਟ ਟਾਈਮ 'ਤੇ ਲਿਖੀ ਗਈ ਸੀ। ਉਸ ਤੋਂ ਬਾਅਦ ਇਹਦਾ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਸੀਗਾ ਜਿਹੜਾ ਉਹ ਹੋ ਗਿਆ ਸੀ। ਤਾਂ ਇਹ ਫੈਕਟ ਤੁਸੀਂ ਧਿਆਨ 'ਚ ਰੱਖਣੇ ਆ। ਉਸ ਤੋਂ ਬਾਅਦ ਇਹਨਾਂ ਦੇ ਬੁੱਕ ਦੇ ਬਾਰੇ ਇੱਕ ਫੈਕਟ ਹੋਰ ਵੀ ਆਉਂਦਾ ਬੱਚੇ, ਉਹਨੂੰ ਵੀ ਤੁਸੀਂ ਧਿਆਨ 'ਚ ਰੱਖਣਾ ਕਿ ਇਸ ਬੁੱਕ ਨੂੰ ਬੈਨ ਕਦੋਂ ਕੀਤਾ ਗਿਆ ਸੀ। ਠੀਕ ਆ, ਇਹ ਬੁੱਕ 'ਤੇ ਬੈਨ ਲੱਗ ਗਿਆ ਸੀ। ਤਾਂ ਉਹ ਕਦੋਂ ਲੱਗਿਆ ਸੀ, 1910 ਦੇ ਵਿੱਚ ਇਸ ਦੇ ਉੱਤੇ ਬੈਨ ਵੀ ਲਾਤਾ ਸੀਗਾ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ। ਇੰਡੀਆ ਦੇ ਵਿੱਚ ਇਹ ਬੁੱਕ ਨੂੰ ਬੈਨ ਕਰ ਦਿੱਤਾ ਗਿਆ ਸੀ। ਤਾਂ ਦੇਖੋ, ਹਿੰਦ ਸਵਰਾਜ ਆਪਾਂ ਇੱਕ ਕੁਐਸਚਨ ਲਿਆ, ਤਾਂ ਉਹਦੇ ਨਾਲ ਜਿੰਨੇ ਕੁਐਸਚਨ ਅਲੱਗ ਤਰ੍ਹਾਂ ਤੋਂ ਫਰੇਮ ਹੋ ਸਕਦੇ ਆ ਉਹ ਆਪਾਂ ਸਭ ਨੂੰ ਇੱਥੇ ਡਿਸਕਸ ਕਰ ਰਹੇ ਹਾਂ। ਔਰ ਜੇ ਤੁਹਾਨੂੰ ਆਉਂਦਾ ਵੀ ਇਹ ਬੁੱਕ ਕਿਹੜੀ ਫਾਰਮ ਦੇ ਵਿੱਚ ਲਿਖੀ ਗਈ ਆ, ਤਾਂ ਇਹ ਇੱਕ ਡਾਇਲੋਗਿਕ ਫਾਰਮ ਦੇ ਵਿੱਚ ਆ। ਠੀਕ ਆ, ਕਿਹੜੀ ਫਾਰਮ ਦੇ ਵਿੱਚ ਆ, ਇਹ ਡਾਇਲੋਗਿਕ ਫਾਰਮ ਦੇ ਵਿੱਚ ਲਿਖੀ ਗਈ ਆ। ਯਾਨੀ ਕਿ ਰੀਡਰ ਅਤੇ ਐਡੀਟਰ ਦੇ ਵਿਚਾਲੇ ਇੱਕ ਡਾਇਲੋਗ ਦੇ ਤਰ੍ਹਾਂ ਗੱਲਬਾਤ ਹੋ ਰਹੀ ਆ, ਉਹਦੀ ਫਾਰਮ ਦੇ ਵਿੱਚ ਇਹ ਬੁੱਕ ਆ ਜਿਹੜੀ ਉਹ ਲਿਖੀ ਗਈ ਆ। ਹੋਪ ਸੋ ਤੁਸੀਂ ਇੰਨੇ ਕੁ ਪੁਆਇੰਟ ਨੇ ਜਿਹੜੇ ਕਲੀਅਰ ਕਰ ਲਏ ਹੋਣਗੇ। ਤਾਂ ਹੁਣ ਆਪਾਂ ਕੁਛ ਕੁ ਫੈਕਟ ਨੇ ਜਿਹੜੇ ਮਹਾਤਮਾ ਗਾਂਧੀ ਜੀ ਦੇ ਬਾਰੇ ਆਪਾਂ ਇੱਥੇ ਡਿਸਕਸ ਕਰਦੇ ਹਾਂ। ਤਾਂ ਦੇਖੋ ਬੱਚੇ, ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੀ ਆ ਵੀ ਮੋਹਨਦਾਸ ਕਰਮਚੰਦ ਗਾਂਧੀ ਹੈ। ਔਰ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਜਨਮ ਦੀ, ਤਾਂ ਇਹਨਾਂ ਦਾ ਜਨਮ 2 ਅਕਤੂਬਰ 1869 ਨੂੰ ਹੁੰਦਾ। ਔਰ ਇਹਨਾਂ ਦੇ ਜਨਮ ਦਿਨ ਦੇ ਉੱਤੇ ਮਤਲਬ ਕਿ ਨੌਨ ਵਾਇਲੈਂਸ ਡੇ ਆ ਜਿਹੜਾ ਉਹ ਮਨਾਇਆ ਜਾਂਦਾ। ਤਾਂ ਕਿੱਥੇ ਹੋਇਆ ਸੀ ਜਨਮ, ਹੋਇਆ ਸੀ ਇਹਨਾਂ ਦਾ ਪੋਰਬੰਦਰ, ਗੁਜਰਾਤ ਦੇ ਵਿੱਚ। ਯਾਨੀ ਕਿ ਗੁਜਰਾਤ ਦੀ ਇੱਕ ਪ੍ਰਿੰਸਲੀ ਸਟੇਟ ਹੁੰਦੀ ਸੀ। ਠੀਕ ਆ, ਅਤੇ ਕਾਠੀਆਵਾੜ ਮਤਲਬ ਪ੍ਰਿੰਸਲੀ ਸਟੇਟ ਸੀ ਉਹ। ਤਾਂ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਕਰਮਚੰਦ ਉੱਤਮ ਚੰਦ ਗਾਂਧੀ, ਅਤੇ ਜਿਹੜੇ ਕਿ ਦੀਵਾਨ ਸਨ। ਉਹਨਾਂ ਦੇ ਬਾਰੇ ਆਪਾਂ ਇੰਨੀ ਡਿਟੇਲ ਨਹੀਂ ਲੈਣੀ। ਅਤੇ ਇਹਨਾਂ ਦੀ ਮਾਤਾ ਦਾ ਨਾਮ ਪੁਤਲੀ ਬਾਈ ਸੀ। ਔਰ ਤਕਰੀਬਨ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ। ਠੀਕ ਆ, ਤਾਂ ਇੱਕ ਤਾਂ ਤੁਸੀਂ ਇਹ ਫੈਕਟ ਨੇ ਜਿਹੜੇ ਮਹਾਤਮਾ ਗਾਂਧੀ ਜੀ ਦੇ ਬਾਰੇ ਉਹ ਧਿਆਨ ਦੇ ਵਿੱਚ ਰੱਖਣੇ ਆ। ਉਸ ਤੋਂ ਬਿਨਾਂ ਇਹਨਾਂ ਦੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਆ ਉਹ ਰਾਜਕੋਟ ਤੋਂ ਕੀਤੀ ਇਹਨਾਂ ਨੇ। ਠੀਕ ਆ, ਤਾਂ ਰਾਜਕੋਟ ਤੋਂ ਕੀਤੀ। ਅਤੇ ਇਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਜਿਹੜੀ ਹਾਈ ਸਕੂਲ ਸੀਗਾ ਉਹ ਅਲਫਰਡ ਹਾਈ ਸਕੂਲ ਸੀਗਾ। 11 ਸਾਲ ਦੇ ਸੀਗੇ ਜਦੋਂ ਉੱਥੋਂ ਵੀ ਇਹ ਪਾਸ ਆਊਟ ਹੋ ਗਏ। ਤਾਂ ਇਸ ਤੋਂ ਬਾਅਦ ਹੁੰਦਾ ਵੀ 1887 ਦੇ ਵਿੱਚ ਇਹ ਗ੍ਰੈਜੂਏਟ ਹੋ ਗਏ ਸੀਗੇ। ਇਹ ਚੀਜ਼ ਵੀ ਕਲੀਅਰ ਆ ਤੁਹਾਨੂੰ। ਔਰ 1888 ਦੇ ਵਿੱਚ, ਵੈਸੇ ਤਾਂ ਇਹਨਾਂ ਨੇ 2 ਥਾਂ ਐਡਮਿਸ਼ਨ ਹੋਰ ਵੀ ਲਈ ਹੋਈ ਸੀ, ਬਸ ਉੱਥੋਂ ਇਹਨਾਂ ਦਾ ਮਤਲਬ ਕਿ ਨਾਮ ਆ ਜਿਹੜਾ ਉਹ ਬਾਹਰ ਹੋ ਗਿਆ ਸੀਗਾ, ਗਏ ਨਹੀਂ ਇਹ। ਤਾਂ 1888 ਦੇ ਵਿੱਚ ਇਹ ਕਿੱਥੇ ਗਏ ਸੀਗੇ, ਲੰਡਨ। ਤਾਂ ਇਹ ਮੋਸਟ ਇੰਪੋਰਟੈਂਟ ਆ ਕਿ ਵਕਾਲਤ ਕਰਨ ਕਿੱਥੇ ਗਏ ਸੀ, ਇਹ ਲੰਡਨ ਦੇ ਵਿੱਚ ਗਏ ਸੀ। ਠੀਕ ਆ, ਅਤੇ ਫਿਰ ਇਸ ਤੋਂ ਬਾਅਦ ਇਹ ਵਾਪਸ ਕਦੋਂ ਆਉਂਦੇ ਆ, 1891 ਦੇ ਵਿੱਚ ਆਏ ਸੀਗੇ, ਤਕਰੀਬਨ 22 ਸਾਲ ਦੇ। ਇੱਦੋਂ ਪਹਿਲਾਂ ਇਹਨਾਂ ਦੀ ਮਾਤਾ ਦੀ ਵੀ ਡੈਥ ਹੋ ਜਾਂਦੀ ਆ। ਅਤੇ ਜੇ ਆਪਾਂ ਗੱਲ ਕਰੀਏ 1893 ਦੇ ਵਿੱਚ ਇਹ ਕਿੱਥੇ ਗਏ, ਡਰਬਨ। ਤਾਂ ਬੱਚੇ ਇਹ ਮੋਸਟ ਇੰਪੋਰਟੈਂਟ ਫੈਕਟ ਨੇ ਜਿਹੜੇ ਮੈਂ ਤੁਹਾਨੂੰ ਕਰਵਾ ਰਿਹਾ। ਠੀਕ ਆ, ਤਾਂ ਆਪਣੇ ਕੋਲ MCQ ਹੋਰ ਵੀ ਆ, ਤਾਂ ਤੁਹਾਨੂੰ ਮੈਂ ਸਿੱਧੇ ਟੂ ਦਾ ਪੁਆਇੰਟ ਫੈਕਟ ਦੱਸ ਰਿਹਾ, ਜ਼ਿਆਦਾ ਡਿਟੇਲ 'ਚ ਨਹੀਂ ਆਪਾਂ ਜਾ ਰਹੇ। ਤਾਂ ਇਹ ਡਰਬਨ ਗਏ ਸੀ, ਅਤੇ ਡਰਬਨ ਕਿੱਥੇ ਆ, ਸਾਊਥ ਅਫਰੀਕਾ ਦੇ ਵਿੱਚ ਆ। ਠੀਕ ਆ, ਤਾਂ ਇੱਥੇ ਕੀ ਕੰਮ ਸੀਗਾ ਇਹਨਾਂ ਨੂੰ, ਜਦੋਂ ਇਹ ਉੱਥੋਂ ਆਏ ਤਾਂ ਇੱਕ ਗੁਜਰਾਤੀ ਮਤਲਬ ਮਰਚੈਂਟ ਸੀ, ਵਪਾਰੀ ਸੀਗਾ ਅਬਦੁੱਲਾ, ਉਹਨਾਂ ਦਾ ਕੇਸ ਲੜਨ ਦੇ ਲਈ ਇਹ ਉੱਥੇ ਗਏ ਸੀ। ਔਰ ਇੱਕ ਇੰਪੋਰਟੈਂਟ ਫੈਕਟ 1911 ਦੇ ਵਿੱਚ ਤਾਂ ਉੱਥੇ ਜਿਹੜੇ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ, ਜਿਹੜੇ ਕਿ ਇਹਨਾਂ ਦੇ ਮੈਂਟਰ ਔਰ ਗੁਰੂ ਨੇ,
ਤਾਂ ਉਹ ਕਿੰਗ ਜਾਰਜ ਪੰਜਵੇਂ ਦੇ ਕਹਿਣ 'ਤੇ ਉੱਥੇ ਗਏ ਸੀਗੇ ਵਿਜ਼ਿਟ ਕਰਨ ਦੇ ਲਈ, ਔਰ ਉੱਥੇ ਹੀ ਇਹਨਾਂ ਦੇ ਵਿਚਾਲੇ ਮੁਲਾਕਾਤ ਹੁੰਦੀ ਆ, ਔਰ ਇਹਨਾਂ ਦੀ ਰਿਲੇਸ਼ਨਸ਼ਿਪ ਆ ਜਿਹੜੀ ਉਹ ਇੱਕ ਚੰਗੇ ਤਰੀਕੇ ਨਾਲ ਹੋ ਜਾਂਦੀ ਆ। ਠੀਕ ਆ, ਤਾਂ ਔਰ ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਦੇ ਪਰਸਨਲ ਸੈਕਟਰੀ ਦਾ ਨਾਮ ਵੀ ਤੁਸੀਂ ਯਾਦ ਰੱਖ ਸਕਦੇ ਹੋ, ਮਹਾਦੇਵ ਦੇਸਾਈ। ਤਾਂ ਬੱਚੇ ਇਸ ਕੁਐਸਚਨ ਦੇ ਨਾਲ ਹੋਪਸੋ ਇੰਨੇ ਕੁ ਫੈਕਟ ਆਪਾਂ ਨੂੰ ਜ਼ਰੂਰੀ ਸੀਗੇ ਜਿੰਨੇ ਆਪਾਂ ਕਰ ਚੁੱਕੇ ਹਾਂ, ਤਾਂ ਇਹ ਚੀਜ਼ ਨੂੰ ਤੁਸੀਂ ਕਲੀਅਰ ਕਰ ਲਿਆ ਹੋਊਗਾ। ਔਰ ਜਿਹੜੇ ਬੱਚਿਆਂ ਨੇ ਵੀਡੀਓ ਲਾਈਕ ਨਹੀਂ ਕੀਤੀ ਬੱਚੇ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਉਸ ਤੋਂ ਬਾਅਦ ਆ ਗਿਆ ਆਪਣਾ ਖੇੜਾ ਸੱਤਿਆਗ੍ਰਹਿ। ਠੀਕ ਆ, ਚਲੋ ਇਹ ਤਾਂ ਆਪਾਂ ਨੂੰ ਕੁਐਸਚਨ 'ਚੋਂ ਪਤਾ ਲੱਗ ਗਿਆ ਵੀ ਇਹ ਲਾਂਚ ਕਿਹਦੇ ਦੁਆਰਾ ਕੀਤਾ ਗਿਆ ਸੀ, ਗਾਂਧੀ ਜੀ ਦੁਆਰਾ। ਪਰ ਇੱਥੇ ਪੁੱਛਿਆ ਕੀ ਆ ਵੀ ਇਹ ਕਿਹਨਾਂ ਨੂੰ ਸਪੋਰਟ ਕਰਨ ਦੇ ਲਈ ਸੀਗਾ, ਮਿਲ ਵਰਕਰ, ਰੋਲਟੈਕਟ, ਜਾਂ ਫਿਰ ਪੀਜ਼ੈਂਟਸ ਨੂੰ, ਜਾਂ ਫਿਰ ਵੂਮਨ ਵਰਕਰਸ ਦੇ ਲਈ। ਠੀਕ ਆ, ਤਾਂ ਬੱਚੇ ਇਹਦਾ ਜਿਹੜਾ ਕਰੈਕਟ ਆਨਸਰ ਆ, ਠੀਕ ਆ, ਕਰੈਕਟ ਆਨਸਰ ਇਹਦਾ ਹੈਗਾ ਸੀ, ਦ ਪੀਜ਼ੈਂਟਸ। ਤਾਂ ਇਹ ਕਿਹਨਾਂ ਦੇ ਨੂੰ ਸਪੋਰਟ ਕਰਨ ਦੇ ਲਈ ਸੀਗਾ, ਕਿਸਾਨਾਂ ਨੂੰ, ਯਾਨੀ ਕਿ ਫਾਰਮਰਸ ਸੀਗੇ ਜਿਹੜੇ, ਅਤੇ ਉਹਨਾਂ ਨੂੰ ਸਪੋਰਟ ਕਰਨ ਦੇ ਲਈ ਸੀਗਾ। ਹੁਣ ਖੇੜਾ ਹੈ ਕੀ ਹੈ ਐਕਚੁਅਲ ਦੇ ਵਿੱਚ, ਜਿਹੜਾ ਖੇੜਾ ਗਾ ਇਹ ਕੀ ਆ, ਇਹ ਸੀਗਾ ਇੱਕ ਜ਼ਿਲ੍ਹਾ, ਯਾਨੀ ਕਿ ਇੱਕ ਡਿਸਟ੍ਰਿਕਟ ਆ ਇਹ, ਕਿੱਥੇ, ਗੁਜਰਾਤ ਦੇ ਵਿੱਚ। ਤਾਂ ਸਰਕਾਰ ਨੇ ਰਿਫਿਊਜ਼ ਕਰਤਾ ਸੀਗਾ ਉਹਨਾਂ ਨੂੰ ਵੀ ਮਤਲਬ ਰਿਮਿਟ ਲੈਂਡ ਰੈਵਨਿਊ ਦੇ ਲਈ, ਤਾਂ ਇਹਦੇ ਕਰਕੇ ਮਤਲਬ ਕਿ ਉੱਥੇ ਡਰਾਊਟ ਪੈ ਗਿਆ ਸੀਗਾ ਜਿਹੜਾ। ਠੀਕ ਆ, ਤਾਂ ਕਰਕੇ ਉੱਥੇ ਮਤਲਬ ਫਸਲਾਂ ਵਗੈਰਾ ਹੋ ਨਹੀਂ ਰਹੀਆਂ ਸੀਗੀਆਂ। ਤਾਂ ਇਹ ਚੀਜ਼ ਨੂੰ ਤੁਸੀਂ ਬੱਚੇ ਯਾਦ ਰੱਖ ਸਕਦੇ ਹੋ। ਤਾਂ ਮਹਾਤਮਾ ਗਾਂਧੀ ਜੀ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ, ਔਰ ਇਸੇ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਨੇ, ਜਿਹੜੇ ਸਰਦਾਰ ਵੱਲਭ ਭਾਈ ਪਟੇਲ, ਠੀਕ ਆ, ਤਾਂ ਇਹਨਾਂ ਦੀ ਮੁਲਾਕਾਤ ਵੀ ਮਹਾਤਮਾ ਗਾਂਧੀ ਜੀ ਦੇ ਨਾਲ ਇੱਥੇ ਹੋ ਜਾਂਦੀ ਆ। ਕਿਸ ਦੇ ਦੌਰਾਨ, ਖੇੜਾ ਸੱਤਿਆਗ੍ਰਹਿ ਦੇ ਦੌਰਾਨ। ਠੀਕ ਆ, ਤਾਂ ਇਹ ਚੀਜ਼ ਨੂੰ ਬੱਚੇ ਤੁਸੀਂ ਯਾਦ ਰੱਖਣਾ। ਤਾਂ ਬੱਚੇ ਇਹ ਚੀਜ਼ ਨੂੰ ਵੀ ਤੁਸੀਂ ਧਿਆਨ 'ਚ ਰੱਖਣਾ। ਅਤੇ ਖੇੜਾ ਸੱਤਿਆਗ੍ਰਹਿ ਗੁਜਰਾਤ ਦੇ ਵਿੱਚ ਸੀ। ਠੀਕ ਆ, ਤਾਂ ਉਸ ਤੋਂ ਬਿਨਾਂ ਇੱਕ ਹੋਰ ਯਾਦ ਰੱਖਣਾ ਤੁਸੀਂ, ਨੁਆਖਲੀ ਇੰਸੀਡੈਂਸ ਹੋਇਆ ਸੀਗਾ ਜਿਹੜਾ। ਠੀਕ ਆ, ਤਾਂ ਇਹਦੇ 'ਚ ਮਹਾਤਮਾ ਗਾਂਧੀ ਜੀ ਦੇ ਜਿਹੜੇ ਸੈਕਰੇਟਰੀ ਸੀਗੇ ਉਹਨਾਂ ਦਾ ਨਾਮ ਯਾਦ ਰੱਖਣਾ, ਉਹਦਾ ਨਾਮ ਸੀ ਪਿਆਰੇ ਲਾਲ। ਠੀਕ ਆ, ਤਾਂ ਪਿਆਰੇ ਲਾਲ ਨਈਅਰ ਸੀਗਾ ਜਿਹੜਾ, ਉਹ ਸੈਕਰੇਟਰੀ ਸੀਗੇ ਗਾਂਧੀ ਦੇ। ਔਰ ਪਿਆਰੇ ਲਾਲ ਦੀ ਜਿਹੜੀ ਭੈਣ ਸੀਗੀ, ਇਹ ਕਿਉਂ ਇੰਪੋਰਟੈਂਟ ਆ, ਕਿਉਂਕਿ ਇਹਨਾਂ 'ਚੋਂ MCQ ਪੁੱਛੇ ਜਾਂਦੇ ਆ। ਤਾਂ ਪਿਆਰੇ ਲਾਲ ਦੀ ਭੈਣ, ਉਹਦਾ ਨਾਮ ਸੀ ਸੁਸ਼ੀਲਾ ਪਿਆਰੇ ਲਾਲ, ਉਹ ਪਰਸਨਲ ਡਾਕਟਰ ਸੀਗੇ ਮਹਾਤਮਾ ਗਾਂਧੀ ਦੇ। ਔਰ ਜਿਹੜੇ ਪਿਆਰੇ ਲਾਲ ਸੀ, ਇਹਨਾਂ ਨੇ ਡਾਂਡੀ ਮਾਰਚ ਦੇ ਵਿੱਚ ਵੀ ਬਹੁਤ ਜ਼ਿਆਦਾ ਮੁੱਖ ਰੋਲ ਅਦਾ ਕੀਤਾ ਸੀਗਾ ਜਿਹੜਾ, ਅਤੇ ਉਹ ਗਾਂਧੀ ਜੀ ਦੇ ਲਈ। ਠੀਕ ਆ, ਔਰ ਜਿਹੜਾ ਚੰਪਾਰਣ ਸੀਗਾ ਉਹ ਜ਼ਿਲ੍ਹਾ ਸੀਗਾ ਬਿਹਾਰ ਦੇ ਵਿੱਚ। ਠੀਕ ਆ, ਫਸਟ ਸੱਤਿਆਗ੍ਰਹਿ ਤਾਂ ਵੈਸੇ ਇਹੀ ਆ, ਸਿਵਲ ਡਿਸਓਬੀਡੈਂਸ ਸੀਗਾ, ਅਤੇ ਚੰਪਾਰਣ ਜ਼ਿਲ੍ਹਾ ਸੀ ਬਿਹਾਰ ਦੇ ਵਿੱਚ। ਔਰ ਚੰਪਾਰਣ ਅਤੇ ਖੇੜਾ ਦੋਨੋਂ ਸੱਤਿਆਗ੍ਰਹਿ ਸੀਗੇ ਜਿਹੜੇ, ਇਹ ਕਿਸਾਨੀ ਮੂਵਮੈਂਟ ਸੀਗੀਆਂ। ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਠੀਕ ਆ, ਅਤੇ 17 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ ਇਹ, ਯਾਨੀ ਕਿ 3 ਕਥੀਆ ਸਿਸਟਮ ਵਾਲਾ ਵੀ ਇਹਦੇ 'ਚ ਹੀ ਹੋਇਆ ਸੀ, ਕਿਉਂਕਿ 3/20 ਹਿੱਸੇ 'ਤੇ ਜ਼ਮੀਨ ਦੇ ਇੰਡੀਗੋ ਪੈਦਾ ਕਰਨ ਦੇ ਲਈ ਉਹ ਕਹਿ ਰਹੇ ਸੀ। ਤਾਂ ਇਹਨਾਂ ਦੇ ਹਾਈ ਟੈਕਸ ਖਿਲਾਫ ਹੀ ਸੱਤਿਆਗ੍ਰਹਿ ਸੀਗਾ ਜਿਹੜਾ ਚੰਪਾਰਣ, ਉਹ ਸਟਾਰਟ ਹੋਇਆ ਸੀਗਾ। ਔਰ ਫਿਰ ਇਹਦੀ ਜਾਂਚ ਕਰਨ ਦੇ ਲਈ ਸਰਕਾਰ ਨੇ ਇੱਕ ਕਮੇਟੀ ਬਣਾਤੀ ਸੀ, ਔਰ ਗਾਂਧੀ ਜੀ ਉਸ ਕਮੇਟੀ ਦੇ ਮੈਂਬਰ ਦੇ ਵਜੋਂ ਸੀਗੇ। ਠੀਕ ਆ, ਤਾਂ ਬੱਚੇ ਇੱਕ ਹੋਰ ਚੀਜ਼ ਤੁਸੀਂ ਯਾਦ ਰੱਖਣੀ ਆ, ਰਵਿੰਦਰ ਨਾਥ ਟੈਗੋਰ ਨੇ ਮਹਾਤਮਾ ਦਾ ਟਾਈਟਲ ਸੀਗਾ ਜਿਹੜਾ ਦਿੱਤਾ ਸੀਗਾ ਇਸ ਮੂਵਮੈਂਟ ਦੇ ਸਮੇਂ। ਕਿਹੜੀ ਮੂਵਮੈਂਟ, ਜਿਹੜੀ ਚੰਪਾਰਣ ਦੀ ਆਪਾਂ ਗੱਲ ਕਰ ਰਹੇ ਹਾਂ। ਠੀਕ ਆ, ਇੰਪੋਰਟੈਂਟ ਫੈਕਟ ਆ, ਜਿਹੜਾ ਚੰਪਾਰਣ ਸੀ ਇਹ ਕੀ ਆ, ਬਿਹਾਰ ਦਾ ਇੱਕ ਡਿਸਟ੍ਰਿਕਟ ਆ, ਔਰ ਇਹ ਵੀ ਫਾਰਮਰਸ ਦੇ ਨਾਲ ਰਿਲੇਟਡ ਆ। ਇੰਡੀਗੋ ਇੱਥੇ ਉਗਾਉਣ ਦੇ ਲਈ ਕਹਿ ਰਹੇ ਸੀ 3/20 ਹਿੱਸੇ ਦੇ ਉੱਪਰ, ਸੋ ਦੈਟਸ ਵਾਈ ਇਹਨੂੰ ਕਾਲਡ ਕਿਹਾ ਜਾਂਦਾ 3 ਕਥੀਆ ਸਿਸਟਮ। ਠੀਕ ਆ, ਤਾਂ ਗਾਂਧੀ ਜੀ ਜਦੋਂ ਇਹਦੇ 'ਚ ਆਏ ਤਾਂ ਜਿਹੜੇ ਰਵਿੰਦਰਨਾਥ ਟੈਗੋਰ ਨੇ ਉਹਨਾਂ ਨੇ ਮਹਾਤਮਾ ਦਾ ਟਾਈਟਲ ਵੀ ਦਿੱਤਾ ਸੀਗਾ। ਹੋਪ ਸੋ ਤੁਹਾਨੂੰ ਇਹ ਚੀਜ਼ ਬੱਚੇ ਕਲੀਅਰ ਹੋ ਗਈ ਹੋਊਗੀ। ਠੀਕ ਆ, ਔਰ ਖੇੜਾ ਸੱਤਿਆਗ੍ਰਹਿ ਦੇ ਬਾਰੇ ਵੀ ਹੋ ਗਿਆ ਹੋਊ। ਔਰ ਇੱਕ ਹੁੰਦਾ ਤੁਹਾਨੂੰ ਕੁਐਸਚਨ, ਫਾਦਰ ਆਫ ਨੇਸ਼ਨ। ਠੀਕ ਆ, ਤਾਂ ਫਾਦਰ ਆਫ ਨੇਸ਼ਨ ਕਿਹਨਾਂ ਨੇ ਕਿਹਾ ਸੀ, ਸੁਭਾਸ਼ ਚੰਦਰ ਬੋਸ ਨੇ ਕਿਹਾ ਸੀਗਾ। ਜੁਲਾਈ 1944 ਜਦੋਂ ਆਜ਼ਾਦ ਹਿੰਦ ਰੇਡੀਓ ਤੋਂ ਬੋਲ ਰਹੇ ਸੀਗੇ ਕਿ ਭਾਰਤ ਦੀ ਆਜ਼ਾਦੀ ਦੀ ਅੰਤਮ ਲੜਾਈ ਸ਼ੁਰੂ ਹੋ ਗਈ ਆ ਅਤੇ ਸਾਨੂੰ ਤੁਹਾਡੀ ਬਲੈਸਿੰਗ ਦੀ ਜਿਹੜੀ ਉਹ ਜ਼ਰੂਰਤ ਹੈ, ਤਾਂ ਉਦੋਂ ਉਹਨਾਂ ਨੇ ਕਿਹਾ ਸੀ ਫਾਦਰ ਆਫ ਨੇਸ਼ਨ ਮਹਾਤਮਾ ਗਾਂਧੀ ਜੀ ਨੂੰ, ਸੁਭਾਸ਼ ਚੰਦਰ ਬੋਸ ਨੇ, ਜੁਲਾਈ 1944 ਦੇ ਵਿੱਚ। ਕਲੀਅਰ? ਤਾਂ ਬੱਚੇ ਇਹ ਚੀਜ਼ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਉਸ ਤੋਂ ਬਾਅਦ ਦੇਖੋ ਆ ਗਈ ਗੱਲ ਰੋਲਟ ਐਕਟ ਦੀ। ਤਾਂ ਰੋਲਟ ਐਕਟ ਦੇ ਬਾਰੇ ਇਹਨਾਂ ਨੇ ਪੁੱਛਿਆ ਵੀ ਮਤਲਬ ਕਿਹੜੀ ਸਟੇਟਮੈਂਟ ਆ ਜਿਹੜੀ ਉਹ ਟਰੂ ਆ। ਤਾਂ ਦੇਖੋ ਬੱਚੇ ਸਟੇਟਮੈਂਟ ਤਾਂ ਤੁਹਾਨੂੰ 4 ਦਿੱਤੀਆਂ ਹੋਈਆਂ ਨੇ, ਤਾਂ ਆਪਣੀ ਵੀਡੀਓ ਲੰਬੀ ਹੋ ਜਾਏਗੀ। ਤਾਂ ਆਪਾਂ ਕਹਿੰਦੇ ਹਾਂ ਵੀ ਕਰੈਕਟ ਆਪਸ਼ਨ ਕੀ ਆ, ਤਾਂ ਇਹਦਾ ਕਰੈਕਟ ਆਨਸਰ ਆ ਸੀ। ਤਾਂ ਇਹਦੇ 'ਚ ਅਲਾਓ ਕੀਤਾ ਸੀ ਡਿਟੈਂਸ਼ਨ ਆਫ ਪੋਲੀਟੀਕਲ ਪ੍ਰਿਜ਼ਨਰ ਵਿਦਾਊਟ ਟਰਾਇਲ ਫॉर 2 ਈਅਰਸ, ਮਤਲਬ 2 ਸਾਲ ਦੇ ਲਈ ਉਹਨਾਂ ਨੂੰ ਬਿਨਾਂ ਟਰਾਇਲ ਤੋਂ ਡਿਟੈਂਸ਼ਨ ਦੇ ਵਿੱਚ ਰੱਖਿਆ ਜਾ ਸਕਦਾ।
ठीक है ये चीज़। तो देखो बच्चे हुण इहदा नाम आ जिहड़ा ਉਹ ਤਾਂ ਰੋਲਟ ਕਿਉਂ ਦਿੱਤਾ ਗਿਆ, ठीक है। तो ये मतलब किसी परसन के नाम से सीगा उस टाइम के उत्ते। इनू वैसे रॉल्ट एक्ट में एक याद रखना तुसीं, इनू बच्चे ब्लैक इसनू की कहा जाता, ब्लैक एक्ट या फिर लॉ भी कहा जाता। तो ये बारे कुछ इंपॉर्टेंट फैक्ट आ उन्होंने देखो। तो इंग्लैंड के हाई कोर्ट सीगे, इंग्लैंड का सॉरी हाई कोर्ट का जस्टिस सीगा सिडनी रॉल्ट, ठीक है। तो सिडनी रॉल्ट कौन सीगा, उत्थों दी हाई कोर्ट का जस्टिस सीगा। तो इन्हां दी प्रधानगी जानी कि प्रेजिडेंसी के अधीन एक कमेटी का फॉर्मेशन करते आ 1917 दे विच, ठीक है। तो यदा एम की रखा जाता भी जिहड़ियां क्रांतिकारी घटनावां भारत दे विच वापर रहीआं ने उन्हां दे उत्ते दबाव पाउणा, उन्हां नूं असीं कंट्रोल दे विच करना, ठीक है। तो एक कमेटी बनाई, उहदा प्रधान सीगा रॉल्ट। तो 18 मार्च आ डेट इंपॉर्टेंट आ, 18 मार्च 1919। तो 18 मार्च 1919 नूं ब्रिटेन दे विच रॉल्ट एक्ट सीगा जिहड़ा उहनूं पास कर दिता गया कि कोई भी तुहानूं क्रांतिकारी मिलदा, ठीक है, तो उहनूं तुसीं फड़ो चुक्को ते जेल दे विच पा दो। तो इस करके इहनूं भारतीयां ने की कहा, बिना वकील, बिना अपील और बिना दलील, मतलब कोई दलील नहीं, कोई अपील नहीं, कोई सुनवाई नहीं, सीधा चक्को तो 2 साल के लिए उन्होंने तुसीं जेल दे विच बंद कर सकते हो, ठीक है। तो 6 अप्रैल 1919 नूं महात्मा गांधी जी के कहण दे उत्ते पूरे कंट्री दे विच जिहड़ी हड़ताल सी स्ट्राइक को स्टार्ट कर दी गई और इस एक्ट का जिहड़ा वो विरोध किया गया सीगा। बच्चे हुण तुहानूं रॉल्ट एक्ट क्लीयर हो गया होगा, होपसो, ठीक है। तो इस तो बाद बच्चे है तो ये बारे काफ़ी लंबा चौड़ी गलबात अगे भी हैगी है, ठीक है। तो जो गांधी जी ने 6 अप्रैल 1919 नूं कहता भी पूरे भारत दे विच आपां हड़ताल कर दिंदे आ, तो दिल्ली, पेशावर, अमृतसर, जलंधर, लाहौर मतलब सारिया जगह के उत्ते विरोध चल रहा सी, ठीक है। तो और महात्मा गांधी जी कहते सी असीं पंजाब नूं जाना, तो जा भी रहे सी, पर जिहड़ी ब्रिटिश गवर्नमेंट सीगी उन्हें दिल्ली ते पंजाब च एंट्री ते बैन लाता सी कि गांधी जी ना तो दिल्ली च जा सकते और ना ही पंजाब दे विच जा सकते आ। और फस्ट टाइम गांधी जी नूं अरेस्ट भी कर लिया गया सी, ठीक है। आपां 6 अप्रैल की गल कर रहे हैं और 8 अप्रैल नूं 1919 नूं, ठीक है, पलबाल रेलवे स्टेशन हरियाणा तो गांधी जी नूं अरेस्ट भी कर लिया गया सी। पंजाब दे विच 9 अप्रैल 1919 नूं रामनवमी का दिन क्रांतिकारियों वजों इस एक्ट का विरोध किया जा रहा सी और उत्थे डॉक्टर सत्यापाल और सैफुद्दीन किचलू दोनों नूं अरेस्ट कर लिया गया। तो 13 अप्रैल 1919 नूं विसाखी वाले दिन जदों जनसभा कराई गई तो दोनों के हक के लिए करवाई गई सी, किन्हां दे, डॉक्टर सत्यापाल और सैफुद्दीन किचलू, जिन्हां नूं अरेस्ट किया गया सी रामनवमी वाले दिन, ठीक है। तो जलियांवाले बाग दे विच एक खुला मैदान या पार्क कह लो तुसीं, तो उत्थे सीगा और उहदी एंट्री एग्जिट का सिर्फ एक दरवाजा सीगा। तो जदों उत्थे जिहड़ा सीगा जनरल डायर वो अपने सैनिकों के नाल उत्थे आया और गोलीबारी करने का आदेश दिता, तो गोलियां उदों तक चलाइयां जदों तक गोलियां तकरीबन उन्होंने कोले खत्म नहीं हो गई, ठीक है। तो इस दे विरोध दे विच जिहड़े रविंद्रनाथ टैगोर जी सीगे उन्होंने अपना नाइटहुड का टाइटल सीगा जिहड़ा वो वापस करता सीगा। और इस तो पहलां आपां लास्ट क्वेश्चन दे विच देखिया सी कि महात्मा का टाइटल किन्हां दे द्वारा दिता गया सी, वो भी रविंद्रनाथ टैगोर जी के द्वारा ही दिता गया सी, ठीक है। तो इन्होंने अपनी ये उपाधि सी जिहड़ी वो वापस करती, ठीक है। और गांधी जी ने कैसरे हिंद की उपाधि सी या टाइटल जिहड़ा उन्होंने दिता हुआ सी कैसरे हिंद, तो उन्होंने वो भी अपना वापस करता सीगा, ठीक है। और बच्चे इस जिहड़ा कांड होया सी जलियांवाला बाग हत्याकांड होया सी, तो उहदे लई एक फिर कमेटी भी बनती है हंटर कमेटी, ठीक है। तो ये चीज़ नूं याद रखना, ये हंटर कमेटी आ और एक हंटर कमिशन, ठीक है, हंटर कमिशन स्टडी वाला हंटर कमेटी इहदी जांच दे लई बनी सी। और जिहड़ी इहदी रिपोर्ट सी वो 20 मार्च 1920 नूं मतलब कि दित्ती सी, ठीक है। तो जनरल डायर नूं टर्मीनेट करता सीगा इत्थों, ठीक है। पर जो ब्रिटेन दे विच गया उत्थे जाके उन्होंने लॉयन ऑफ ब्रिटिश अंपायर कह के मतलब कि सन्मानित किया, इधरों टर्मीनेट करता, ओके। तो बच्चे ये चलो सीगा आपां जिन्ना क ये क्वेश्चन के बारे इंपॉर्टेंट फैक्ट सीगे उन्होंने आपां कर सकते सी, सो उन्होंने आपां इत्थे डिस्कस करने की कोशिश की आ। चलो आपां अगले क्वेश्चन के वल चलते हैं। हुण देखो इंडियन नैशनल कांग्रेस की गल आ गई, इंडियन नैशनल कांग्रेस, ठीक है। तो बच्चे ये बारे जिन्होंने बच्चों ने पहला थोड़ा बहुता पढ़िया होगा तो उन्होंने तो ये चीज़ क्लीयर होगी कि की चल रहा। तो इन्हां दे विच उन्होंने पूछा कि भी इहदा सैसन आ जिहड़ा वो दिसंबर 1920 दे विच कित्थे हो रहा सी, ते जदों उत्ते कॉम्प्रोमाइज़ किया गया सीगा कि नॉन कोऑपरेशन जिहड़ा वो
ਪ੍ਰੋਗਰਾਮ ਆ ਉਹਨੂੰ ਅਸੀਂ ਅਡੋਪਟ ਕਰ ਲੈਂਦੇ ਹਾਂ। ਤਾਂ ਬੱਚੇ ਇਹਦਾ ਕਰੈਕਟ ਆਨਸਰ ਕੀ ਆ? ਸੀ। ਤਾਂ ਇਹ ਕਿੱਥੇ ਕੀਤਾ ਗਿਆ ਸੀ? ਨਾਗਪੁਰ ਦੇ ਵਿੱਚ। ਕਲੀਅਰ। ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਵੀ ਆਪਾਂ ਕੁਝ ਫੈਕਟ ਨੇ ਜਿਹੜੇ ਉਹਨਾਂ ਨੂੰ ਦੇਖ ਲੈਂਦੇ ਹਾਂ। ਤਾਂ ਦੇਖੋ ਬੱਚੇ, ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਜਿਹੜੇ ਕੁਝ ਫੈਕਟ ਨੇ ਉਹਨਾਂ ਨੂੰ ਵੀ ਇੱਥੇ ਕਲੀਅਰ ਕਰ ਲੈਂਦੇ ਹਾਂ। ਤਾਂ ਇਹਨੂੰ ਬਣਾਉਣ ਦਾ ਆਈਡੀਆ ਸੀਗਾ, ਤਾਂ ਪਹਿਲਾਂ ਇਹ ਆਈਡੀਆ ਕਿਹਦਾ ਸੀਗਾ? ਉਸ ਸਮੇਂ ਜਿਹੜਾ ਵਾਇਸਰਾਏ ਸੀਗਾ ਉਹਦਾ ਨਾਮ ਸੀਗਾ ਲਾਰਡ ਡਫਰਿਨ। ਠੀਕ ਆ। ਤਾਂ ਲਾਰਡ ਡਫਰਿਨ, ਔਰ ਇਹਦੇ ਜੇ ਸਮੇਂ ਦੀ ਗੱਲ ਕਰੀਏ ਤਾਂ 84 ਤੋਂ ਲੈ ਕੇ 88 ਤੱਕ ਰਿਹਾ। ਤਾਂ ਇਹਦਾ ਮਕਸਦ ਇਹ ਸੀਗਾ ਕਿ ਜਿਹੜੇ ਪੜ੍ਹੇ ਲਿਖੇ ਐਜੂਕੇਟਡ ਨੇ ਉਹਨਾਂ ਦਾ ਮਤਲਬ ਇੱਕ ਗਰੁੱਪ ਬਣਾ ਦਿੰਦੇ ਆ। ਤਾਂ ਇੱਕ ਰਿਟਾਇਰਡ ਬ੍ਰਿਟਿਸ਼ ਆਫੀਸਰ ਸੀਗਾ ਇਹਨਾਂ ਦਾ, A.O. ਹਿਊਮ। ਠੀਕ ਆ, ਜਿਹਨੂੰ ਕਿ ਜਾਣੀ ਕਿ ਐਲਨ ਓਕਟਾਵੀਅਨ ਹਿਊਮ ਕਿਹਾ ਜਾਂਦਾ, ਔਰ ਉਹਨੂੰ ਕਿਹਾ ਜਾਂਦਾ ਫਾਦਰ ਆਫ ਦਾ ਕਾਂਗਰਸ। ਠੀਕ ਆ। ਤਾਂ ਹੁਣ ਦੇਖੋ ਬੱਚੇ, ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਸਥਾਪਨਾ ਕਦੋਂ ਹੁੰਦੀ ਆ? 28 ਦਸੰਬਰ 1985 ਨੂੰ। ਤਾਂ ਇਹਦਾ ਫਾਦਰ ਕੌਣ ਆ? A.O. ਹਿਊਮ। ਤੇ ਇਹਦੀ ਫੁੱਲ ਫਾਰਮ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ। ਉਸ ਟਾਈਮ 'ਤੇ ਵਾਇਸਰਾਏ ਕੌਣ ਸੀਗਾ? ਲਾਰਡ ਡਫਰਿਨ। ਹੁਣ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਇਹ ਕਾਂਗਰਸ ਵਰਡ ਆ, ਠੀਕ ਆ, ਤਾਂ ਜਿਹੜਾ ਇਹ ਕਾਂਗਰਸ ਸ਼ਬਦ ਆ ਇਹ ਕਿੱਥੋਂ ਲਿਆ ਸੀ? ਤਾਂ ਇਹ ਲਿਆ ਗਿਆ ਸੀ USA ਤੋਂ। ਔਰ ਜਿਹਦਾ ਮਤਲਬ ਦੀ ਗੱਲ ਕਰੀਏ ਆਪਾਂ, ਤਾਂ ਹੁਣ ਵੀ ਉੱਥੇ USA ਦੇ ਵਿੱਚ ਤਾਂ ਇਹ ਸ਼ਬਦ ਹੈਗਾ ਵੈਸੇ, ਤਾਂ ਹਾਊਸ ਆਫ ਪੀਪਲ। ਤਾਂ ਇਹ ਇਹਦਾ ਮਤਲਬ ਸੀ, ਤਾਂ ਕਰਕੇ ਕਾਂਗਰਸ ਵਰਡ ਇੱਥੇ ਯੂਜ਼ ਕੀਤਾ ਗਿਆ ਸੀ। ਤਾਂ ਜੇ ਇਹਦੀ ਫਾਰਮੇਸ਼ਨ ਦੀ ਆਪਾਂ ਮਤਲਬ ਕਿ ਪਲੇਸ ਪੁੱਛ ਲਈ ਜਾਵੇ ਜਗ੍ਹਾ, ਤਾਂ ਤੁਸੀਂ ਕਹੋਗੇ ਬੰਬੇ। ਤਾਂ ਬੰਬੇ ਦੇ ਵਿੱਚ ਵੀ ਜੇ ਤੁਹਾਨੂੰ ਮਤਲਬ ਕਿ ਅੱਗੇ ਜਗ੍ਹਾ ਆ ਜਾਂਦੀ ਆ, ਦੈਨ ਤੁਸੀਂ ਕਹੋਗੇ ਗੋਕੁਲ ਦਾਸ ਤੇਜਪਾਲ ਸੰਸਕ੍ਰਿਤ ਸਕੂਲ। ਠੀਕ ਆ। ਉਸ ਤੋਂ ਬਾਅਦ ਤੁਹਾਨੂੰ ਆ ਸਕਦਾ ਕਿ ਇਹਦਾ ਫਸਟ ਪ੍ਰੈਜ਼ੀਡੈਂਟ ਕੌਣ ਸੀਗਾ। ਠੀਕ ਆ। ਤਾਂ ਫਸਟ ਪ੍ਰੈਜ਼ੀਡੈਂਟ ਦੀ ਤੁਸੀਂ ਲਾਓਗੇ ਭੂਮੇਸ਼ ਚੰਦਰ ਬੈਨਰਜੀ। ਕੌਣ ਸੀਗੇ ਇਹਦੇ ਫਸਟ ਪ੍ਰੈਜ਼ੀਡੈਂਟ? ਉਸ ਤੋਂ ਬਾਅਦ ਫਸਟ ਸੈਕਰੇਟਰੀ ਕੌਣ ਸੀਗੇ? ਉਹਦੇ 'ਚ ਤੁਸੀਂ ਲਾਓਗੇ A.O. ਹਿਊਮ। ਦੇਖੋ ਬੱਚੇ, A.O. ਹਿਊਮ ਕੌਣ ਨੇ? ਤਾਂ ਇਹ ਫਸਟ ਸੈਕਰੇਟਰੀ ਵੀ ਨੇ। ਇਹ ਨਾਮ ਤੁਸੀਂ ਧਿਆਨ ਨਾਲ ਦੇਖਣਾ, ਨਾਲੇ ਤਾਂ ਇਹ ਫਸਟ ਸੈਕਰੇਟਰੀ ਨੇ, ਔਰ ਨਾਲ ਹੀ ਕੌਣ ਨੇ? ਇਹ ਫਾਦਰ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ। ਔਰ ਉਹ ਪਹਿਲਾ ਨਿਊਜ਼ਪੇਪਰ ਜਿਹਨੇ ਮਤਲਬ ਕਿ ਇਹਦੀ ਘੋਸ਼ਣਾ ਕੀਤੀ ਸੀ ਤਾਂ ਉਹ ਹਿੰਦੂ ਅਖਬਾਰ ਸੀਗਾ, ਜਿਹਨੇ ਮਤਲਬ ਇਹਦੀ ਡਿਕਲੇਰੇਸ਼ਨ ਕੀਤੀ ਸੀਗੀ। ਠੀਕ ਆ। ਤਾਂ ਇਹ ਚੀਜ਼ ਨੂੰ ਯਾਦ ਰੱਖਣਾ। ਉਸ ਤੋਂ ਬਾਅਦ ਉੱਪਰ ਦੇਖੋ ਇੱਥੇ, ਤਾਂ ਫਸਟ ਜਿਹੜੀ ਸਪੀਚ ਆ ਉਹ ਕਿਸ ਦੇ ਦੁਆਰਾ ਦਿੱਤੀ ਗਈ ਸੀ? ਉਹ ਵੀ A.O. ਹਿਊਮ ਦੇ ਦੁਆਰਾ ਦਿੱਤੀ ਗਈ ਸੀ, ਔਰ ਇਹਦੇ 'ਚ ਮਤਲਬ ਪ੍ਰੇਜ਼ ਕੀਤੀ ਗਈ ਸੀ ਰਾਣੀ ਵਿਕਟੋਰੀਆ ਦੀ। ਜੇ ਹੁਣ ਆਪਾਂ ਗੱਲ ਕਰੀਏ ਵੀ ਫਸਟ ਸੈਸ਼ਨ ਦੇ ਵਿੱਚ ਮੈਂਬਰ ਕਿੰਨੇ ਸੀਗੇ, ਤਾਂ 72 ਯਾਨੀ ਕਿ 72 ਮੈਂਬਰ ਸੀਗੇ ਜਿਨ੍ਹਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ, ਔਰ 9 ਪ੍ਰਸਤਾਵ ਸੀਗੇ, ਜਿਹੜੇ 9 ਪ੍ਰਸਤਾਵ ਇੱਥੇ ਰੱਖੇ ਗਏ ਸੀ। ਚਲੋ ਬੱਚੇ, ਸਾਰੇ ਪ੍ਰਸਤਾਵ ਤਾਂ ਇੱਥੇ ਆਪਾਂ ਮਤਲਬ ਕਿ ਨਹੀਂ ਕਲੀਅਰ ਕਰਨੇ ਵੀ ਕੀ ਸੀਗੇ। ਸੋ ਜਿੰਨੇ ਕੁ ਇੰਡੀਅਨ ਨੈਸ਼ਨਲ ਕਾਂਗਰਸ ਦੇ ਇੰਪੋਰਟੈਂਟ ਫੈਕਟ ਸੀਗੇ ਉਹ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਠੀਕ ਆ। ਤਾਂ ਇਹ ਕੁਐਸਚਨ ਦੇ ਵਿੱਚ ਜਿਹੜਾ ਸੀਗਾ ਉਹ ਇਹਦਾ ਮਤਲਬ ਕਿ C ਆਪਸ਼ਨ ਕਰੈਕਟ ਆਨਸਰ ਸੀਗਾ। ਨਾਗਪੁਰ ਸੈਸ਼ਨ ਦਸੰਬਰ 1920 ਦੇ ਵਿੱਚ ਹੋਇਆ ਸੀ। ਹੋਪਸੋ ਤੁਹਾਨੂੰ ਇੰਨੀ ਕੁ ਜਾਣਕਾਰੀ ਬੱਚੇ ਕਲੀਅਰ ਹੋ ਗਈ ਹੋਊਗੀ। ਚਲੋ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ। ਜਿਹੜੇ ਬੱਚੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲਿਓ ਬੱਚੇ। ਔਰ ਅਗਰ ਜਾਣਕਾਰੀ ਪਸੰਦ ਆ ਰਹੀ ਹੈ, ਤੁਹਾਨੂੰ ਈਜ਼ੀਲੀ ਸਮਝ ਆ ਰਿਹਾ, ਦੈਨ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਔਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅੱਗੇ ਵੀ ਇਹਨੂੰ ਸਾਂਝਾ ਜ਼ਰੂਰ ਕਰਨਾ। ਤਾਂ ਹੁਣ ਦੇਖੋ, ਜਿਹੜੇ ਟਰਾਈਬਲ ਪੀਪਲ ਸੀਗੇ ਤੇ ਉਹ ਰਿਵੋਲਟ ਕੀਤਾ ਉਹਨਾਂ ਨੇ ਅਗੇਂਸਟ ਦਾ ਬ੍ਰਿਟਿਸ਼ ਅੰਗਰੇਜ਼ਾਂ ਦਾ ਜਾਣੀ ਕਿ ਵਿਰੋਧ ਕੀਤਾ। ਕਹਿਣ ਤੋਂ ਭਾਵ ਤਾਂ ਉਹਨਾਂ ਦੇ ਵਿੱਚੋਂ ਕਿਹੜੇ ਰੀਜਨ ਸੀਗੇ? ਦੇਖੋ, ਜਿਹੜੇ ਟਰਾਈਬਲ ਪੀਪਲ ਸੀਗੇ ਉਹਨਾਂ ਨੂੰ ਪ੍ਰੀਵੈਂਟ ਹੁੰਦਾ ਰੋਕਣਾ, ਤਾਂ ਐਂਟਰੀ 'ਤੇ ਰੋਕ ਲਾਤੀ ਕਿ ਤੁਸੀਂ ਆਪਦੇ ਪਸ਼ੂ ਵਗੈਰਾ ਜਾਂ ਮਾਲ ਇੱਥੋਂ ਨਹੀਂ ਚਰਾਉਣਾ। ਇਹ ਵੀ ਕਾਰਨ ਹੈਗਾ ਸੀ, ਬਿਲਕੁਲ ਓਕੇ ਆ। ਜਿਹੜੇ ਟਰਾਈਬਲ ਪੀਪਲ ਸੀ ਉਹਨਾਂ ਨੂੰ ਰੋਕ ਲਾਤੀ ਕਲੈਕਟਿੰਗ ਫਿਊਲ ਵੁੱਡ ਐਂਡ ਫਰੂਟਸ ਕਲੈਕਟ ਕਰਨ 'ਤੇ, ਇਹ ਵੀ ਬਿਲਕੁਲ ਠੀਕ ਆ। ਦ ਟ੍ਰੈਡੀਸ਼ਨਲ ਰਾਈਟਸ ਆਫ ਟਰਾਈਬਲ ਪੀਪਲ ਵਰ ਡਿਨਾਈਡ, ਤਾਂ ਇਹਨਾਂ ਦੀਆਂ ਜਿਹੜੀਆਂ ਮਤਲਬ ਕਿ ਆਪਦੇ ਪਰੰਪਰਾ ਦੇ ਰਾਈਟ ਸੀਗੇ ਉਹ ਵੀ ਇਹਨਾਂ ਤੋਂ ਡਿਨਾਈ ਕਰਤੇ। ਠੀਕ ਆ। ਤਾਂ ਇਹਦੇ 'ਚ ਕਰੈਕਟ ਆਪਸ਼ਨ ਕੀ ਆ? D, ਕਿਉਂਕਿ ਇਹ ਤਾਂ ਸਾਰੀਆਂ ਆਪਸ਼ਨਾਂ ਹੀ ਕਰੈਕਟ ਨੇ। ਤਾਂ ਇਹ ਚੀਜ਼ ਕਲੀਅਰ ਆ। ਓਕੇ, ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਦ ਪਲਾਂਟੇਸ਼ਨ ਵਰਕਰ, ਮਤਲਬ ਜਿਹੜੇ ਇੱਥੇ ਕੰਮ ਕਰਦੇ ਸੀਗੇ ਤਾਂ ਉਹਨਾਂ ਨੂੰ ਨਾਟ ਪਰਮਿਟਡ ਟੂ ਲੀਵ ਦਾ ਟੀ ਗਾਰਡਨ ਵਿਦਆਊਟ ਪਰਮਿਸ਼ਨ ਐਜ਼ ਪਰ, ਤਾਂ ਇਹਦੇ 'ਚ ਕੀ ਆ ਕਰੈਕਟ ਆਨਸਰ? A, ਇਨਲੈਂਡ ਐਮੀਗ੍ਰੇਸ਼ਨ ਐਕਟ 1859। ਮਤਲਬ ਬਿਨਾਂ ਇਹਨਾਂ ਦੀ ਮਰਜ਼ੀ ਤੋਂ ਬਿਨਾਂ, ਉਹ ਮਤਲਬ ਕਿ ਪਰਮਿਸ਼ਨ ਤੋਂ ਬਿਨਾਂ ਉਹਨੂੰ ਛੱਡ ਕੇ ਨਹੀਂ ਜਾ ਸਕਦੇ ਸੀ। ਓਕੇ, ਤਾਂ ਅਗਲਾ ਕੁਐਸਚਨ ਦੇਖੋ। ਗਾਂਧੀ ਜੀ ਡਿਸਾਈਡਡ ਟੂ ਵਿਦਡਰਾ ਫਰੋਮ ਦਾ ਨਾਨ ਕੋਆਪਰੇਸ਼ਨ ਮੂਵਮੈਂਟ ਇਨ। ਠੀਕ ਆ।
ਤਾਂ ਹੁਣ ਵੈਸੇ ਤਾਂ ਬੱਚੇ ਆਪਾਂ ਇਹਨਾਂ ਦੇ ਬਾਰੇ ਫੈਕਟ ਦੇਖ ਹੀ ਚੁੱਕੇ ਹਾਂ। ਤਾਂ ਫਰਵਰੀ 1922 ਦੇ ਵਿੱਚ ਤਾਂ ਇਹਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਅਸੀਂ ਵਿਦਡਰੋ ਕਰ ਰਹੇ ਹਾਂ ਇਹ ਚੀਜ਼ ਨੂੰ, ਠੀਕ ਆ। ਕਿਉਂਕਿ ਇਸ ਤੋਂ ਬਾਅਦ ਤਾਂ ਕਾਫੀ ਜਿਹੜੇ ਕਾਂਡ ਹੋਣੇ ਸੀਗੇ ਉਹ ਸਟਾਰਟ ਹੋ ਗਏ ਸੀਗੇ, ਕੌਨਸਪੀਰੈਂਸੀਆਂ ਕਾਫੀ ਹੋਈਆਂ। ਤਾਂ ਜਿਨ੍ਹਾਂ ਨੇ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਤੁਹਾਨੂੰ ਆਈ ਬਟਨ ਦੇ ਵਿੱਚ ਲਿੰਕ ਮਿਲ ਜਾਏਗਾ, ਉੱਥੋਂ ਤੁਸੀਂ ਪਲੇਲਿਸਟ ਖੋਲ੍ਹ ਕੇ ਉਹਨਾਂ ਨੂੰ ਦੇਖ ਸਕਦੇ ਹੋ। ਤਾਂ ਹੁਣ ਬੱਚੇ ਸਾਈਮਨ ਕਮਿਸ਼ਨ ਅਰਾਈਵਡ ਇਨ ਇੰਡੀਆ। ਤਾਂ ਸਾਈਮਨ ਕਮਿਸ਼ਨ ਸੀਗਾ ਜਿਹੜਾ ਉਹ ਭਾਰਤ ਦੇ ਵਿੱਚ ਕਦੋਂ ਆਇਆ ਸੀ? ਤਾਂ ਇਹਦੀ ਕਰੈਕਟ ਆਪਸ਼ਨ ਕੀ ਆ? 1928। ਤਾਂ ਇਹਦੇ ਬਾਰੇ ਵੀ ਇੰਪੋਰਟੈਂਟ ਫੈਕਟ ਕੁਛ ਨੇ ਆਪਾਂ ਦੇਖ ਲੈਂਦੇ ਹਾਂ। ਤਾਂ ਦੇਖੋ ਬੱਚੇ, ਹੁਣ ਆਪਾਂ ਸਾਈਮਨ ਕਮਿਸ਼ਨ ਦੀ ਗੱਲ ਕਰ ਰਹੇ ਹਾਂ। ਤਾਂ ਜਿਹੜਾ ਸਾਈਮਨ ਕਮਿਸ਼ਨ ਸੀਗਾ ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਤਾਂ ਇਹਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਵਾਈਟ ਕਮਿਸ਼ਨ। ਇਹ ਨਾਮ ਇਹਨੂੰ ਕਿਹਦੇ ਦੁਆਰਾ ਦਿੱਤਾ ਜਾਂਦਾ? ਆਪਣੇ ਭਾਰਤੀਆਂ ਦੁਆਰਾ, ਠੀਕ ਆ, ਵਾਈਟ ਕਮਿਸ਼ਨ। 1919 ਦੇ ਵਿੱਚ ਇੱਕ ਮੌਂਟੇਗਿਊ ਚੇਮਸਫੋਰਡ ਰਿਫਾਰਮ ਐਕਟ ਆਇਆ ਸੀਗਾ। ਤਾਂ ਉਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜਾ ਦਵੈਤਵਾਦ ਸਿਸਟਮ ਜਾਂ ਡਾਇਰਕੀ ਸਿਸਟਮ ਲਾਇਆ ਗਿਆ ਉਹਨੂੰ ਚੈੱਕ ਕਰਨ ਦੇ ਲਈ ਹਰ 10 ਸਾਲ ਦੇ ਬਾਅਦ ਇੱਕ ਕਮਿਸ਼ਨ ਬਣਾਇਆ ਜਾਊਗਾ, ਗਠਨ ਕੀਤਾ ਜਾਊਗਾ, ਜਿਹੜਾ ਕਿ ਚੈੱਕ ਕਰੂਗਾ। ਹੁਣ ਦੇਖੋ, ਜਿਹੜਾ ਪਹਿਲਾਂ ਇਹ ਐਕਟ ਆਇਆ ਸੀ ਉਹ 1919 ਦੇ ਵਿੱਚ ਆਇਆ। ਦੈਨ ਜੇ 10 ਸਾਲ ਦੇਖੀਏ ਤਾਂ 1929 ਦੇ ਵਿੱਚ ਆਉਣਾ ਚਾਹੀਦਾ ਸੀ, ਪਰ ਜਿਹੜਾ ਇਹ ਐਕਟ ਆ ਗਿਆ ਸੀ ਇਹ ਆਪਣੇ ਕੋਲੇ ਪਹੁੰਚ ਗਿਆ 1928 ਨੂੰ। ਤਾਂ ਇਹਦਾ ਬੱਚੇ ਰੀਜ਼ਨ ਇਹ ਸੀਗਾ ਕਿਉਂਕਿ 1929 ਦੇ ਵਿੱਚ ਉੱਥੇ ਹੋਣੀਆਂ ਸੀ ਵੋਟਾਂ ਇੰਗਲੈਂਡ ਦੇ ਵਿੱਚ, ਠੀਕ ਆ। ਤਾਂ ਵੋਟਾਂ ਦੇ ਕਰਕੇ ਉਹਨਾਂ ਨੇ ਮਤਲਬ ਜਿਹੜੀ ਇਹਦੀ ਫਾਰਮੇਸ਼ਨ ਸੀਗੀ 8 ਨਵੰਬਰ 1927 ਨੂੰ ਹੀ ਗਠਨ ਕਰਤਾ। ਅਤੇ ਜਿਹੜਾ ਇਹਦਾ ਚੇਅਰਮੈਨ ਸੀਗਾ ਉਹਦਾ ਨਾਮ ਸੀਗਾ ਸਰ ਜੌਹਨ ਸਾਈਮਨ, ਠੀਕ ਆ। ਤਾਂ ਇਹਦੇ ਨਾਮ ਦੇ ਉੱਤੇ ਹੀ ਇਹਦਾ ਨਾਮ ਪੈ ਗਿਆ ਸੀਗਾ ਸਾਈਮਨ ਕਮਿਸ਼ਨ, ਠੀਕ ਆ, ਕਿਉਂਕਿ ਜਿਹੜਾ ਹੈੱਡ ਹੁੰਦਾ ਉਹਦੇ ਨਾਮ 'ਤੇ ਹੀ ਆਉਂਦਾ। ਔਰ ਇਹ ਬੰਦਾ ਸੀਗਾ ਜਿਹੜਾ ਲਿਬਰਲ ਪਾਰਟੀ ਨੂੰ ਬਿਲੋਂਗ ਕਰਦਾ ਸੀਗਾ। ਜੇ ਕਮਿਸ਼ਨ ਦੀ ਗੱਲ ਕਰੀਏ ਟੋਟਲ ਕਿੰਨੇ ਮੈਂਬਰ ਸੀ ਤਾਂ ਉਹਦੇ 'ਚ 7 ਮੈਂਬਰ ਸੀਗੇ। ਕੋਈ ਵੀ ਇੰਡੀਅਨ ਇਹਦੇ 'ਚ ਹੈ ਨਹੀਂ ਸੀਗਾ। ਭਾਰਤੀਆਂ ਦੀ ਡਿਮਾਂਡ ਸੀ ਵੀ ਘੱਟੋ ਘੱਟ ਸਾਡਾ ਇੱਕ ਬੰਦਾ ਤਾਂ ਇਹਦੇ ਵਿੱਚ ਸ਼ਾਮਿਲ ਕਰ ਲਓ ਤੁਸੀਂ, ਪਰ ਇਹਨਾਂ ਦੇ ਸਾਰੇ ਬੰਦੇ ਕੌਣ ਸੀਗੇ? ਗੋਰੇ ਲੋਕ। ਤਾਂ ਕਰਕੇ ਇਹਨੂੰ ਵਾਈਟ ਕਮਿਸ਼ਨ ਕਿਹਾ ਗਿਆ ਸੀ ਇੰਡੀਅਨਸ ਦੇ ਦੁਆਰਾ, ਠੀਕ ਆ। ਔਰ ਉਸ ਟਾਈਮ 'ਤੇ PM ਕੌਣ ਸੀਗਾ ਬ੍ਰਿਟੇਨ ਦਾ? ਉਹਦਾ ਨਾਮ ਸੀ ਸਟੇਨਲੇ, ਠੀਕ ਆ। ਸ਼ਾਰਟ 'ਚ ਹੀ ਦੱਸ ਰਿਹਾ ਤੁਹਾਨੂੰ, ਨਾਮ ਤਾਂ ਅੱਗੇ ਵੀ ਆ, ਚਲੋ ਸਟੇਨਲੇ ਸੀਗਾ। ਔਰ ਹੁਣ ਜੇ ਆਪਾਂ ਗੱਲ ਕਰੀਏ 1927 ਦੇ ਵਿੱਚ ਕਾਂਗਰਸ ਦਾ ਸੈਸ਼ਨ ਹੋਇਆ, ਠੀਕ ਆ, ਕਿੱਥੇ? ਮਦਰਾਸ ਵਿਖੇ। ਜਿਵੇਂ ਆਪਾਂ ਪਹਿਲਾਂ ਨਾਗਪੁਰ ਦੀ ਗੱਲ ਕਰਕੇ ਹਟੇ ਹਾਂ ਤਾਂ ਮਦਰਾਸ ਦੇ ਵਿੱਚ ਹੋਇਆ। ਔਰ ਸਾਈਮਨ ਦਾ ਇੱਥੇ ਮਤਲਬ ਕਿ ਵਿਰੋਧ ਕੀਤਾ ਗਿਆ ਜਾਂ ਫਿਰ ਬਾਈਕਾਟ ਕੀਤਾ ਗਿਆ ਤਾਂ ਇਹਦਾ ਪ੍ਰਸਤਾਵ ਪਾਸ ਕੀਤਾ ਗਿਆ। ਤਾਂ ਇਹਨੂੰ ਚੇਅਰ ਕੌਣ ਕਰ ਰਹੇ ਸੀ? ਡਾਕਟਰ ਅੰਸਾਰੀ। ਇਹਨਾਂ ਦੇ ਦੁਆਰਾ ਚੇਅਰ ਕੀਤਾ ਜਾ ਰਿਹਾ ਸੀਗਾ ਇਸ ਸੈਸ਼ਨ ਨੂੰ। ਔਰ 3 ਫਰਵਰੀ 1928 ਨੂੰ ਇਹ ਆਪਣੇ ਭਾਰਤ ਦੇ ਵਿੱਚ ਬੰਬੇ ਆ ਜਾਂਦਾ ਗਾ, ਜਿਹੜਾ ਕਿ ਸਾਈਮਨ ਕਮਿਸ਼ਨ ਆ, ਠੀਕ ਆ। ਤਾਂ ਬੰਬੇ ਤੋਂ ਹੜਤਾਲ ਫਿਰ ਸ਼ੁਰੂ ਹੋ ਜਾਂਦੀ ਹੈ, ਕਾਲੇ ਝੰਡੇ ਦਿਖਾ ਕੇ ਅਤੇ ਸਲੋਗਨ ਲੱਗਦੇ ਨੇ ਸਾਈਮਨ ਗੋ ਬੈਕ, ਠੀਕ ਆ। ਔਰ ਲਖਨਊ ਵਾਲਾ ਇੰਪੋਰਟੈਂਟ ਜਾ, ਕਿਉਂਕਿ ਲਖਨਊ ਤੋਂ ਵਿਰੋਧ ਕਰਨ ਵਾਲੇ ਕੌਣ ਸੀਗੇ? ਯੂਪੀ ਦੇ ਪਹਿਲੇ CM ਕੌਣ ਸੀਗੇ? ਗੋਬਿੰਦ ਬੱਲਭ ਪੰਤ। ਔਰ ਲਾਹੌਰ ਤੋਂ ਲਾਲਾ ਲਾਜਪਤ ਰਾਏ ਸੀਗੇ, ਔਰ ਜਿਹੜੇ ਕਿ ਸ਼ਹੀਦ ਹੋ ਗਏ ਸੀ ਬੱਚੇ, ਇਹਨੂੰ ਵੀ ਤੁਸੀਂ ਯਾਦ ਰੱਖਣਾ, ਠੀਕ ਆ। ਤਾਂ ਇਹ ਇੰਪੋਰਟੈਂਟ ਇਹਨਾਂ ਦੇ ਫੈਕਟ ਸੀਗੇ। ਔਰ ਜੇ ਆਪਾਂ ਦੇਖੀਏ ਤਾਂ ਬਟ ਜਦੋਂ ਇਹਨੇ ਵਿਰੋਧ ਕੀਤਾ ਅਤੇ ਫਿਰ ਵੀ ਸਾਈਮਨ ਨੇ ਆਪਦਾ ਕੰਮ ਸੀਗਾ ਜਿਹੜਾ ਪੂਰਾ ਕੀਤਾ ਔਰ ਆਪਣੀ ਰਿਪੋਰਟ ਇਹ ਹਰ ਹਾਲ ਦੇ ਵਿੱਚ ਪੇਸ਼ ਕਰਕੇ ਰਿਹਾ। 1930 ਦੇ ਵਿੱਚ ਜਾ ਕੇ 27 ਮਈ ਨੂੰ ਇਹਦੇ ਉੱਪਰ ਚਰਚਾ ਕਰਨ ਦੇ ਲਈ ਉਹਨਾਂ ਨੇ ਦੇਖਿਆ ਵੀ ਭਾਰਤੀ ਤਾਂ ਮਤਲਬ ਭੜਕ ਗਏ ਨੇ। ਤਾਂ 3 ਲੰਡਨ ਦੇ ਵਿੱਚ ਰਾਊਂਡ ਟੇਬਲ ਕਾਨਫਰੰਸਾਂ ਨੇ ਜਿਹੜੀਆਂ 3 ਹੋਣਗੀਆਂ। ਤਾਂ ਉਹਨਾਂ ਨੂੰ ਅੱਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਔਰ ਇਹ ਚੀਜ਼ ਨੂੰ ਤੁਸੀਂ ਹੋਪਸੋ ਸਮਝ ਕੇ ਹੋਵੋਗੇ ਕਿ ਸਾਈਮਨ ਕਮਿਸ਼ਨ ਕੀ ਸੀਗਾ, ਠੀਕ ਆ। ਚਲੋ ਅਗਲਾ ਕੁਐਸਚਨ ਦੇਖਦੇ ਹਾਂ ਆਪਾਂ। ਮਹਾਤਮਾ ਗਾਂਧੀ ਸਟਾਰਟਡ ਹਿਜ਼ ਫੇਮਸ ਸਾਲਟ ਮਾਰਚ ਫਰੋਮ ਹਿਜ਼ ਆਸ਼ਰਮ ਇਨ ਸਾਬਰਮਤੀ ਟੂ ਡਾਂਡੀ। ਤਾਂ ਕਿੰਨਾ ਡਿਸਟੈਂਸ ਸੀਗਾ ਉਹਨਾਂ ਦੇ ਦੁਆਰਾ ਜਿਹੜਾ ਕਵਰ ਕੀਤਾ ਗਿਆ? ਤਾਂ 240 ਮਾਈਲ ਸੀਗਾ ਜਿਹੜਾ ਉਹਨਾਂ ਦੇ ਦੁਆਰਾ ਇਹ ਕੀਤਾ ਗਿਆ ਸੀਗਾ। ਤਾਂ ਦੇਖੋ ਬੱਚੇ, ਹੁਣ ਆਪਾਂ ਇੱਥੇ ਮਤਲਬ ਕਿ ਇਹਨਾਂ ਦਾ ਜਿਹੜਾ ਸੀਗਾ ਡਾਂਡੀ ਮਾਰਚ ਉਹਦੀ ਆਪਾਂ ਗੱਲ ਕਰਦੇ ਹਾਂ। ਤਾਂ ਕਿਉਂ ਕਰਦੇ ਹਾਂ? ਤਾਂ ਜਿਹੜਾ ਇਰਬਨ ਸੀਗਾ, ਲਾਰਡ ਇਰਬਨ, ਤਾਂ ਉਹਦੇ ਤੋਂ ਇੱਕ ਲੈਟਰ ਲਿਖਿਆ ਮਹਾਤਮਾ ਗਾਂਧੀ ਜੀ ਨੇ ਅਤੇ 11 ਮੰਗਾਂ ਮੰਨੀਆਂ ਸੀਗੀਆਂ। ਔਰ 11 ਮਾਰਚ ਤੱਕ ਦਾ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ ਇਹਨਾਂ ਨੂੰ ਮੰਨ ਲਓ, ਪਰ ਉਹਨਾਂ ਨੇ ਡਿਨਾਈ ਕਰਤਾ ਕਿ ਅਸੀਂ ਮੰਗਾਂ ਨਹੀਂ ਮੰਨਦੇ। ਤਾਂ ਮਹਾਤਮਾ ਗਾਂਧੀ ਜੀ ਨੇ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀਗੀ ਜਿਹੜੀ 1930 ਦੇ ਵਿੱਚ ਉਹ ਸਟਾਰਟ ਕਰਤੀ, ਠੀਕ ਆ। ਤਾਂ ਸਿਵਲ ਡਿਸਓਬੀਡੀਐਂਸ ਮੂਵਮੈਂਟ ਸੀਗੀ ਜਿਹੜੀ, ਤਾਂ ਉਹਦੇ ਵਿੱਚ ਕੀ ਸੀਗਾ? ਡਾਂਡੀ ਮਾਰਚ। ਤਾਂ ਇਹਦੇ ਬਾਰੇ ਜਿੰਨੇ ਕੁ ਇੰਪੋਰਟੈਂਟ ਫੈਕਟ ਨੇ ਬੱਚੇ ਉਹਨਾਂ ਨੂੰ ਇੱਥੇ ਆਪਾਂ ਡਿਸਕਸ ਕਰਾਂਗੇ। ਹੋਪਸੋ ਤੁਹਾਨੂੰ ਇਹ ਟੌਪਿਕ ਬਿਲਕੁਲ ਕਲੀਅਰ ਹੋ ਜਾਊਗਾ। ਤਾਂ ਸਭ ਤੋਂ ਪਹਿਲਾਂ ਸਟਾਰਟ ਦੀ ਗੱਲ ਕਰੀਏ
क्योंकि 11 मार्च का समा दिता सी, तो 12 मार्च तो अगले दिन तो स्टार्ट ये चीज़ करती। तो यह तरीक हो गई। तो कित्थों करी सी? साबरमती आश्रम तो। ठीक है, हुण जे आपां स्टार्ट करिया तो एंड भी करांगे। तो एंड कदों कीता? 6 अप्रैल 1930 नूं। कित्थे? डांडी। ठीक है, जिला नौसारी गुजरात दे विच। आ चीज़ तो क्लीयर आ। हुण देखो, जे हुण आपां गल करिए डिस्टेंस की, जिहड़ा कि क्वेश्चन इहदी गल कर रहा, तो डिस्टेंस जे तां माइल्स दे विच आ तां 240 माइल तुसीं आंसर लाउणा, अदरवाइज़ ये 385 किलोमीटर इहदा आंसर बनूगा अपना। तो ये चीज़ नूं भी ध्यान च रखना बच्चे। तो ये हो गया फैक्ट। और उस तो बाद किन्ने मैंबर सी इन्हां दे नाल? 78 मैंबर सीगे, जिहड़े मतलब कि 10 मील एक दिन दे विच करदे सी। टोटल 24 डेज़ सीगे। ये इंपॉर्टेंट फैक्ट ने। और 6 अप्रैल नूं डांडी सागर के तट तो नमक मुट्ठी विच लैके इन्हां ने असॉल्ट लॉ का विरोध किया सीगा। और गांधी जी ने कहा सी नमक कानून तोड़ो तो इनू ना मनो, विदेशी कपड़िਆਂ ਨੂੰ जलाओ, टैक्स आप देने नहीं है। ठीक है, विद्यार्थी तो लोग ने सरकारी स्कूल नौकरियों ਨੂੰ ਛੱਡ देणगे, शराब ਤੇ नशे ਦੀਆਂ दुकानों के अगे विरोध किया जाऊगा। तो इस तो बाद ये तो सीगे ਤੁਹਾਡੇ डांडी मार्च ਨੂੰ लैके फैक्ट। और उस तो बिना एक इंपॉर्टेंट नाम तुसीं याद रखना, खान अब्दुल गफार खान। तो इन्हें भी एक अंदोलन शुरू करता सीगा। ये नॉर्थ वैसटर्न इंडिया का सी और यह महात्मा गांधी जी तो बहुत ज़्यादा प्रभावित सीगा। और इन्हें अंदोलन नूं लाल कुड़ती या फिर खुदाई खिदमतकार अंदोलन भी कहा जाता। ठीक है, क्योंकि लाल रंग की कुड़ती पाउंदे सीगे। और खान गफार नूं फ्रंटियर गांधी भी कहा जाता। ठीक है, और फस्ट विदेशी आ जिन्होंने भारत रत्न दिता गया सी। तो ये चीज़ नूं बच्चे तुसीं ध्यान दे विच रखना। होपसो तुहानूं ये क्वेश्चन बिल्कुल क्लीयर हो गया होगा। बड़े मैं शॉर्ट दे विच ट्राई कर रहा कि तुहानूं समझाया जा सके। और गांधी अर्बन पैक्ट की आपां जे गल करिए तो इन्हां दे विचाले एक गांधी अर्बन पैक्ट होया सीगा बच्चे 5 मार्च 1931 नूं। ठीक है, तो यदी करैक्ट ऑप्शन की आ बी। ठीक है, तो वाइसराय कौन सीगा उदों? यह सीगा लॉर्ड इरबन। ठीक है, और एक चीज़ नूं तुसीं बच्चे याद रखनी आ, वाइसराय हाउस विच फस्ट वाइसराय इरबन सीगा जिहड़ा उत्थे मतलब अपना इंडियन कौन सीगे? गांधी जी गए सीगे। ते ओही जिहड़ा वाइसराय हाउस सीगा जिहड़ा, ठीक है, उदों उस टाइम ते जिथे साइन होया सी उहनूं की कहा जांदा सी? वाइसराय हाउस। और फस्ट इहदे विच जाण वाले इंडियन कौन सीगे? महात्मा गांधी। और इसे नूं असीं अज की कहने आ? प्रेजिडेंट हाउस। और प्रेजिडेंट हाउस, ठीक है, तो प्रेजिडेंट अपने किहड़े आर्टिकल दे विच आ? आर्टिकल 52। ये जानी कि पॉलिटी का टॉपिक अगे चला गया। 5 मार्च 1931 नूं इन्हां दा साइन होया सीगा। तो एक गांधी जी ते इरबन नूं सरोजनी नायडू ने टू महात्माज कह के मतलब कि संबोधन किया जां कहा इन्हां नूं। किने कहा? टू महात्माज। किनू किनू कहा? गांधी और इरबन नूं। किने कहा? सरोजनी नायडू ने। ठीक है, तो बच्चे ये 5 समझौते सीगे भी कांग्रेस ते उसदे मैंबरां दी हड़प्पी हुई संपत्ति नूं वापस करो, सारे कैदियों नूं रिहा कर दो, सारे कानून ते ऑर्डीनेंस रद्द कर दो, अफीम शराब ते नशीले पदार्थां दी दुकानां अगे धरना देण दा अधिकार देवो, समुंदर के किनारे बसन वाले लोकां नूं नमक बनाउण दी आग्या दित्ती जावे जिहड़ी कि पहलां सिर्फ अंग्रेज़ां दे पास हैगी सी। ठीक है, तो बच्चे ये चीज़ नूं इरबन दीयां मंगां सीगियां जिहड़ियां गांधी मतलब कि गांधी जी ने मान लिया। सिविल डिसओबीडेंस नूं खत्म करो। सैकंड राउंड टेबल कांग्रेस के जिहड़ियां आपां कहा सी भी राउंड टेबल कॉन्फ्रेंस होणगियां, पहली दे विच तां कांग्रेस ने बाईकाट करता तो दूसरे दे विच भी हिस्सा लऊगी। ठीक आ, पुलिस के खिलाफ न्यायिक जांच होऊगी। ठीक आ, नमक कानून के विरोध च प्रदर्शन जिहड़ा नूं खत्म करो। ठीक आ, बाकी बच्चे कांग्रेस के नौजवान मैंबरां वल्लों गांधी जी की आलोचना भी की गई क्योंकि उन्होंने भगत सिंह सुखदेव ते राजगुरू की फांसी माफ़ नहीं करा सके। ठीक है, तो कांग्रेस पार्टी ने कहा कि गांधी ने कांग्रेस के आधार पर आप ही फैसला ले लिया। तो जदों 1931 कांग्रेस का कराची सैसन होया तो गांधी नूं उत्थों काले झंडे दिखा के गांधी जी का विरोध भी किया गया सीगा। ठीक है, तो उहदे प्रधान कौन सीगे उस टाइम? सरदार वल्लभ भाई पटेल सीगे। तो बच्चे ये चीज़ नूं तुसीं याद रखना। बट फिर भी दूसरे जिहड़ा राउंड टेबल कॉन्फ्रेंस होया सीगा सम्मेलन च कांग्रेस वल्लों गांधी जी नूं भेजा गया सी ते फंडामेंटल राइट्स की मंग उत्थे जाके तुसीं करो। ठीक है, तो ये चीज़ नूं बच्चे तुसीं याद रखना। 1931 दे विच सैकंड राउंड टेबल कॉन्फ्रेंस हुई सी, उस समय वाइसराय लॉर्ड वेलिंगटन सीगा। ये चीज़ नूं तुसीं याद रखना। ठीक है, तो इस तो बाद जिहड़ा 11वां क्वेश्चन आ तो ये बच्चे थोड़े लई आ
ਕਿ ਜਿਹੜੀ ਪੈਰਿਸ ਪੀਸ ਟ੍ਰੀਟੀ ਹੋਈ ਆ, ਜਾਣੀ ਕਿ ਸੰਧੀ ਹੋਈ ਆ, ਉਹ ਇਹਨਾਂ ਦੇ ਵਿੱਚੋਂ ਕਦੋਂ ਹੋਈ ਸੀ। ਤਾਂ ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸਣਾ। ਔਰ ਅਗਰ ਬੱਚੇ ਹਿਸਟਰੀ ਦੀ ਆਪਾਂ ਤੁਹਾਨੂੰ ਸਿਰਫ 10 ਕੁਐਸਚਨ ਦੇ ਵਿੱਚੋਂ ਤਕਰੀਬਨ 70 ਤੋਂ 80 ਕੁਐਸਚਨ ਨੂੰ ਟਿਕ ਕਰਨ ਦੇ ਯੋਗ ਕਰਤਾ, ਤਾਂ ਜਿਹੜੇ ਬੱਚਿਆਂ ਨੇ ਧਿਆਨ ਨਾਲ ਦੇਖਿਆ ਹੋਊਗਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਅਗਰ ਬੱਚੇ ਫਿਰ ਵੀ ਕੋਈ ਕਮੀ ਰਹਿੰਦੀ ਆ ਤਾਂ ਤੁਸੀਂ ਉਹਨੂੰ ਦੱਸ ਸਕਦੇ ਹੋ। ਤਾਂ ਆਪਾਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਮਤਲਬ ਘੱਟ ਤੋਂ ਘੱਟ ਫੈਕਟ ਦੱਸ ਕੇ ਜ਼ਿਆਦਾ ਮਟੀਰੀਅਲ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਕਈ ਬੱਚੇ ਕਹਿੰਦੇ ਆ ਵੀ ਇਹ ਟੌਪਿਕ ਦੇ ਵਿੱਚ ਹੋਰ ਦੱਸਿਆ ਜਾ ਸਕਦਾ ਸੀ, ਤਾਂ ਬੱਚੇ ਦੱਸਣ ਨੂੰ ਬਹੁਤ ਕੁਝ ਦੱਸਿਆ ਪੜ੍ਹਾਇਆ ਜਾ ਸਕਦਾ, ਬਟ ਆਪਾਂ ਉਹਨੂੰ ਇੱਕ ਲਿਮਟ ਦੇ ਵਿੱਚ ਰਹਿ ਕੇ ਕੀਤਾ ਤਾਂ ਜੋ ਤੁਹਾਨੂੰ ਈਜ਼ੀਲੀ ਚੀਜ਼ ਸਮਝ ਆ ਸਕੇ। ਤਾਂ ਜਿਹੜੇ ਬੱਚਿਆਂ ਨੇ ਚੈਨਲ 'ਤੇ ਨਵੇਂ ਸੀਗੇ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਦੈਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਬੱਚੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਔਰ ਜਿਹੜਿਆਂ ਨੇ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਵੀਡੀਓ ਦੇਖਣ ਦੇ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।